ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਿੱਧਾ ਕਰਾਂਗੇ। ਸਭ ਤੋਂ ਪਹਿਲਾਂ ਜੋ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਦੇ ਹਾਲਾਤ ਬਣਦੇ ਜਾ ਰਹੇ ਨੇ ਉਹ ਚਿੰਤਾਜਨਕ ਹੁੰਦੇ ਜਾ ਰਹੇ ਨੇ। ਪੰਜਾਬ ਦੇ ਸਮੇਤ ਹੁਣ ਦਿੱਲੀ ਦੇ ਵਿੱਚ ਵੀ ਆਕਸੀਜਨ ਦੀ ਘਾਟ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਂ ਬੀਤੀ ਰਾਤ ਇਸ ਚੀਜ਼ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪੋਸਟ ਵੀ ਪਾ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਸਿਰਫ ਕੁਝ ਘੰਟਿਆਂ ਦੀ ਹੀ ਬਾਕੀ ਰਹਿ ਗਈ ਹੈ ਆਕਸੀਜਨ। ਜੇਕਰ ਆਕਸੀਜਨ ਨਾ ਪਹੁੰਚੀ ਤਾਂ ਬਹੁਤ ਵੱਡੀਆਂ ਕਮੀਆਂ ਮਹਿਸੂਸ ਹੋਣ ਲੱਗਣਗੀਆਂ। ਦਿੱਲੀ ਦੇ ਵਿੱਚ ਬੈੱਡਾਂ ਦੀ ਕਮੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਹੁਣ ਜੇਕਰ ਆਕਸੀਜਨ ਦੀ ਕਮੀ ਹੁੰਦੀ ਹੈ ਤਾਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਾਈਸਿਸ ਪੈਦਾ ਹੋ ਸਕਦੇ ਨੇ। ਇਸ ਨੂੰ ਲੈ ਕੇ ਸਿੱਧੀ ਐਕਸਪਰਟ ਰਾਏ ਲਵਾਂਗੇ ਤੇ ਚੱਲਦੇ ਹਾਂ ਸੁਰਿੰਦਰ ਡੱਲਾ ਹੁਣਾਂ ਦੇ ਕੋਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਕਰੋਨਾ ਮਹਾਮਾਰੀ ਦੇ ਹਾਲਾਤ ਬਣਦੇ ਜਾ ਰਹੇ ਨੇ? ਚਿੰਤਾਜਨਕ ਹਾਲਾਤਾਂ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦਿੱਲੀ ਦਾ ਮੁੱਖ ਮੰਤਰੀ ਔਰ ਮੈਂ ਦਿੱਲੀ 'ਚ ਦੇਖ ਰਿਹਾ ਸੀ ਜਿਹੜੇ ਸਾਡੇ ਕਾਮੇ ਨੇ ਦੂਜੇ ਸੂਬਿਆਂ ਵਾਲੇ, ਉਹ ਛੱਡ ਬੱਸਾਂ ਵਾਲੇ ਜੇ 1000 ਕਿਰਾਇਆ 800 ਕਿਰਾਇਆ 2-2000 ਮੰਗੀ ਜਾਂਦੇ। ਦੱਸੋ ਇਹੋ ਜਿਹੀ ਸਿੱਖਿਆ ਦਿੱਤੀ ਹੈ ਸਾਨੂੰ ਸਾਡੀ ਸੱਭਿਆਚਾਰ ਨੇ, ਸੰਸਕ੍ਰਿਤੀ ਨੇ। ਲੋੜ ਵੇਲੇ ਤੁਸੀਂ ਪੰਜਾਬੀਆਂ ਨੂੰ ਕਹੋ ਮੁਫਤ 'ਚ ਛੱਡ ਕੇ ਆਉਣਗੇ। ਮੈਨੂੰ ਯਾਦ ਹੈ ਪਿਛਲੀ ਵਾਰੀ ਕੋਵਿਡ ਸਮੇਂ ਕਿੰਨੇ ਲੋਕਾਂ ਨੂੰ ਸ਼ੰਭੂ ਬੈਰੀਅਰ ਪਾਰ ਕਰਾਇਆ ਪੰਜਾਬੀਆਂ ਨੇ। ਸਾਈਕਲ ਵਾਲਾ ਸਾਈਕਲ ਤੇ ਬਿਠਾ ਕੇ ਲੈ ਜਾਂਦਾ ਸੀ ਗਗਨ ਜੀਟੀ ਰੋਡ ਤੇ, ਵੀ ਕੋਈ ਨਹੀਂ ਅਸੀਂ ਛੱਡੇ ਆਉਂਦੇ ਹਾਂ, ਸ਼ਾਮ ਤੱਕ ਮੁੜ ਆਵਾਂਗੇ। ਬਿਲਕੁਲ। ਸੋ ਦਿੱਲੀ 'ਚ ਮੈਂ ਹੈਰਾਨ ਹਾਂ, ਇਨਸਾਨੀਅਤ ਕਿੱਥੇ ਚਲੀ ਗਈ? ਔਰ ਦਿੱਲੀ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ। ਜਿਹੜੇ ਲੋਕ ਆਪਾਂ ਨੂੰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ, ਹੁਣ ਕਿਉਂ ਨਹੀਂ ਕੇਜਰੀਵਾਲ ਨੇ ਬੱਸਾਂ ਲਾਈਆਂ ਉਹਨਾਂ ਲਈ? ਕਿਉਂ ਉਹ ਮਹਿੰਗਾ ਕਿਰਾਇਆ ਦੇ ਕੇ ਘਰੇ ਜਾਣ ਨੂੰ ਮਜਬੂਰ ਹੈ? ਹੁਣ ਮੈਨੂੰ ਸਮਝ ਨਹੀਂ ਆਉਂਦਾ ਆਪ ਵਾਲੇ ਜਿਹੜੇ ਕੇਜਰੀਵਾਲ ਮਾਡਲ ਦੀ ਗੱਲ ਕਰਦੇ, ਔਰ ਕੇਜਰੀਵਾਲ ਮਾਡਲ ਹੈ ਕੀ ਹੈ ਜੀ? ਇਹ ਫਿਲਮੀ ਦੀ ਗੱਲ ਕਰਦੇ ਆ ਕਈ ਵਾਰੀ, ਹਰ ਗੱਲ ਤੇ ਕੇਜਰੀਵਾਲ ਮਾਡਲ ਪੰਜਾਬ 'ਚ ਲਾਗੂ ਕਰਾਂਗੇ। ਇਹੋ ਜਿਹਾ ਕੇਜਰੀਵਾਲ ਮਾਡਲ ਨਹੀਂ ਚਾਹੀਦਾ ਸਾਨੂੰ ਜਿਹਦੇ 'ਚ ਆਕਸੀਜਨ ਦੀ ਕਮੀ ਹੋ ਜੇ, ਐਡੀ ਬੈੱਡ ਨਾ ਸਾਨੂੰ ਮਿਲਣ। ਕੇਜਰੀਵਾਲ ਕੋਲੇ ਵਕਤ ਸੀ। ਕੇਜਰੀਵਾਲ ਕਿੱਡਾ ਕਾਬਲ ਅਫਸਰ ਹੈ, ਕਿੱਡਾ ਸਿਆਣਾ ਅਫਸਰ ਹੈ। ਜੇ ਬਿਜਲੀ ਸਸਤੀ ਦੇ ਸਕਦਾ ਹੈ, ਜੇ ਮੁਹੱਲਾ ਕਲੀਨਿਕ ਬਣਾ ਸਕਦਾ ਹੈ ਕੇਜਰੀਵਾਲ, ਜੇ ਸਕੂਲਾਂ ਦੇ ਕਮਰੇ ਪਾ ਸਕਦਾ ਹੈ, ਫਿਰ ਬੈੱਡ ਵੀ ਲੈ ਸਕਦਾ ਸੀ। ਉਹ ਤਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ NRIਆਂ ਦੀ ਡਿਊਟੀ ਲਾ ਦਿਓ, ਉਹਨਾਂ ਨੇ ਘਰ ਬੈੱਡ ਲਵਾ ਦੇਣੇ ਆਕਸੀਜਨ ਵਾਲੇ। ਇਹ ਪੰਜਾਬੀਆਂ ਦੇ ਸੁਭਾਅ ਦਾ ਪਤਾ ਹੀ ਨਹੀਂ ਮੈਨੂੰ ਲੱਗਦਾ ਦਿੱਲੀ ਵਾਲਿਆਂ ਨੂੰ ਹਜੇ। ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ। ਔਰ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਹੈ, ਦੁਨੀਆ 'ਚ ਉਹਨਾਂ ਤੋਂ ਵੱਡੀ ਥਾਂ ਕੋਈ ਨਹੀਂ। ਤੁਸੀਂ ਦੇਖੋ ਲੰਗਰ ਕਿਵੇਂ ਉੱਥੇ, ਜਿਹੜੇ ਲੋਕ ਗਗਨ ਘਰਾਂ 'ਚ ਆਈਸੋਲੇਟ ਨੇ, ਜਿਹੜੇ ਲੋਕ ਘਰਾਂ 'ਚ ਆਈਸੋਲੇਟ ਨੇ ਉਹਨਾਂ ਨੂੰ ਪੈਕਿੰਗ 'ਚ ਫੂਡ ਦੇ ਕੇ ਆ ਰਹੇ ਨੇ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ। ਤੇ ਨਾਲ ਹੀ ਰੁਕ ਕਰਾਂਗੇ ਜਦੋਂ ਤੋਂ ਪੰਜਾਬ ਦੇ ਵਿੱਚ ਜਾਂ ਫਿਰ ਦਿੱਲੀ ਦੇ ਵਿੱਚ ਲੋਕਡਾਊਨ ਦਾ ਐਲਾਨ ਹੋਇਆ ਹੈ। ਪੰਜਾਬ ਦੇ ਵਿੱਚੋਂ ਵੀਕਐਂਡ ਲੋਕਡਾਊਨ ਚੱਲ ਰਿਹਾ ਹੈ। ਇੱਕ ਦਿਨ ਵੀਕਐਂਡ ਲੋਕਡਾਊਨ ਪੰਜਾਬ ਦੇ ਵਿੱਚ ਹੈ, ਜਿਸ ਦੇ ਚੱਲਦਿਆਂ ਹੁਣ ਲਗਾਤਾਰ ਪੰਜਾਬ ਦੇ ਵਿੱਚੋਂ ਪ੍ਰਵਾਸੀ ਮਜ਼ਦੂਰ ਵੀ ਪਲਾਨ ਕਰਨਾ ਸ਼ੁਰੂ ਕਰ ਚੁੱਕੇ ਨੇ। ਪੰਜਾਬ ਦੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਵਿਖਾਵਾਂਗੇ, ਜਿੱਥੇ ਲੁਧਿਆਣਾ ਦੇ ਵਿੱਚੋਂ ਪ੍ਰਾਈਵੇਟ ਬੱਸਾਂ ਦੇ ਜ਼ਰੀਏ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਦੇ ਵੱਲ ਜਾਣਾ ਸ਼ੁਰੂ ਹੋ ਚੁੱਕੇ ਨੇ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਪੂਰਨ ਲੋਕਡਾਊਨ ਹੋ ਗਿਆ ਤਾਂ ਉਹਨਾਂ ਦੇ ਰੋਟੀ ਖਾਣ ਦੇ ਕੋਲ ਵੀ ਉਹਨਾਂ ਦੇ ਕੋਲ ਪੈਸੇ ਨਹੀਂ ਬਚਦੇ। ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਅਜਿਹੇ ਕ੍ਰਾਈਸਿਸ ਵੇਖ ਚੁੱਕੇ ਨੇ ਕਿ ਕੁਝ ਪ੍ਰਵਾਸੀ ਮਜ਼ਦੂਰ ਇਸ ਦੇ ਉੱਤੇ ਕਹਿ ਰਹੇ ਨੇ। ਲੁਧਿਆਣਾ ਸ਼ਹਿਰ ਦੀ ਵਿੱਚੋਂ ਇਹ ਤਸਵੀਰਾਂ ਨੇ ਵੇਖਤੀਆਂ ਕੀ ਕੁਝ ਖਾਸ ਹੈ। सर हमारा नाम मोहम्मद इरशाद है सर। क्यों जा रहे हो? सर लॉकडाउन की वजह से जा रहे हैं घर पे सर। खाना वाना नहीं मिला, हमारे मजदूर आदमी इतने कहाँ दाढ़ी लगाएंगे तभी तो खाएंगे। बंद हो जाएगा बाद में, फिर गाड़ी भी नहीं चल रहा, आगे परेशानी बन रहा है। इससे अच्छा निकल जाओ जो मुश्किल है। पिछली बार जो परेशानी मिली थी उसकी वजह से भी डर लग रहा है। जी पिछली बार परेशानी मिली थी उसकी वजह से। हाँ जी, हर एक जगह बंदी हो जाएगा, बंदे फंस जाएंगे। तो लगता नहीं सरकार कोई मदद करती है? कोई मदद नहीं करती है सरकार की। सर मजदूर का मजदूरी बंद हो रहा है, कंपनियों का टैक्स बंद नहीं हो रहा है। कहावत में है कि शटर बंद है, टैक्स चालू है, किराया चालू है, हर एक चीज़ चालू है, मजदूर का मजदूरी लेकिन बंद है। इसी करके जा रहा हूँ। तो डर लग रहा है, लॉकडाउन का डर लग रहा है? हाँ सर, लॉकडाउन का डर है क्योंकि रूम बंद रहेगा तो पर भी किराया लगेगा, और रहेंगे ना रहेंगे तो पर भी किराया लगेगा, खाने के लिए भी नहीं मिलता है। इसी करके जा रहे हैं। तो फैक्ट्री आपको रोकनी है कि ना जाओ? फैक्ट्री रुकेगी तो नहीं, रुकने के लिए बोल रहे हैं, और रुकते भी तो कंपनी अपनी मर्जी से रुपया देता है, बोलता है टाइम मिलेगा तो देंगे, नहीं तो नहीं। अपना कमाया हुआ भी रुपया नहीं देता है लोग। अगले बार की परेशानी झेली हुई है, इस वजह से सर हमें जाना पड़ रहा है। हमारे जितने साथ वाले हैं सारे के सारे जा रहे हैं। पिछले साल क्या परेशानी आई थी जब गए थे? जी सर, पिछले साल तो बहुत ज़्यादा परेशानी हुआ था। अभी तो हम बस से निकल रहे, पिछले साल तो पैदल निकलना पड़ा था। कितना किलोमीटर? ਇਹਦਾ ਕਾਰਨ ਭਾਜੀ ਪਰਸੋਂ ਦਾ ਕਰੋਨਾ ਦਾ ਡਰ ਹੀ ਆ ਜੀ। ਕਰੋਨਾ ਕਰਕੇ ਜ਼ਿਆਦਾ ਕਰ ਜਾ ਰਿਹਾ, ਜਿਵੇਂ ਯੂਪੀ ਬਿਹਾਰ ਰੈਬਰੇਲੀ ਨਕਲਊ ਦੀ ਸਵਾਰੀ ਇੱਧਰ ਜ਼ਿਆਦਾ ਵਾ। लेबर की कह रही कि लॉकडाउन में लग जाए इस करके। ਹਾਂਜੀ, ਲੋਕਡਾਊਨ ਕਰਕੇ ਭਾਜੀ ਡਰਦੇ ਕਰਕੇ ਜਾ ਰਹੇ ਆ। ਪਹਿਲਾਂ 18 ਤਰੀਕ ਨੂੰ ਇਲੈਕਸ਼ਨ ਸੀ ਯੂਪੀ ਦੇ,
ਉਹਦੇ ਕਰਕੇ ਜਾ ਰਹੀ। ਪਰ ਕੱਲ ਤੇ ਜਿਹੜੀ ਲੇਬਰ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਸਾਡੇ ਕਰੋਨਾ ਦਾ ਵੀ ਲੋਕਡਾਊਨ ਨਾ ਹੋ ਜੇ, ਅਸੀਂ ਆਪਦੇ ਘਰ 'ਚ ਪਹੁੰਚ ਜਾਈਏ ਜੀ। ਪਿਛਲੀ ਗੇਰ ਖਰਾਬ ਹੋਏ ਕਰਕੇ ਹੀ ਬਹੁਤ ਡਰ ਪਿਆ ਹੋਇਆ ਉਹਨਾਂ ਕਿੰਨੀਆਂ ਦੇ। ਕੁ ਬੱਸਾਂ ਹੁਣ ਰੋਜ਼ ਇੱਥੋਂ ਲੁਧਿਆਣੇ ਨੂੰ ਜਾ ਰਹੀਆਂ? ਇੱਥੋਂ ਹੀ 15 ਤੋਂ 20 ਗੱਡੀਆਂ ਵਿਚਕਾਰ ਰੋਜ਼ ਨਿਕਲਦੀਆਂ। ਸਪੈਸ਼ਲ ਗੱਡੀ ਵੀ ਲਾਈ ਗਈ ਹੈ ਲੇਬਰ ਨਾਲ ਰਸਤੇ ਦੇ। ਉਹ ਇਹ ਲੇਬਰ ਨੇ, ਜਿਹੜੀ ਲੇਬਰ ਆ ਉਹ ਆਪਦੀ ਖਾਤਰ ਸਪੈਸ਼ਲ ਉਧਰੋਂ ਬੁਕਿੰਗ ਕਰਕੇ ਮੰਗਾਉਂਦੀ ਆ, ਜਿਵੇਂ ਬਿਹਾਰ ਦੇ ਵਿੱਚੋਂ ਉਹ ਮੰਗਾਉਂਦੇ ਆ, ਉਹਦੇ ਕਰਕੇ ਉਹ ਬੁੱਕ ਕਰਕੇ ਆਪਦੀ ਚ ਲੈਂਦੇ ਆ। ਅਸੀਂ ਇੱਥੋਂ ਬੁੱਕ ਕਰਕੇ ਭੇਜਦੇ ਹਾਂ ਭਾਈ। ਠੀਕ ਹੈ। ਉਧਰ ਦਿੱਲੀ ਦੇ ਵਿੱਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਲਗਾਏ ਗਏ ਲੋਕਡਾਊਨ ਨੂੰ ਬੀਤੇ ਦਿਨ ਤੋਂ ਹੀ ਪ੍ਰਭਾਵ ਦੇ ਵਿੱਚ ਲਿਆਂਦਾ ਗਿਆ। ਬੀਤੇ ਦਿਨ ਤੋਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਆਮ ਮਨੁੱਖੀ ਜ਼ਿੰਦਗੀ ਜਿਹੜੀ ਆ ਰੁਕ ਚੁੱਕੀ ਹੈ। ਦਿੱਲੀ ਦੀਆਂ ਸੜਕਾਂ ਸੁੰਨਸਾਨ ਪਈਆਂ ਨਜ਼ਰ ਆ ਰਹੀਆਂ ਨੇ। ਜ਼ਰੂਰੀ ਕੰਮਾਂ-ਕਾਰਾਂ ਵਾਲਿਆਂ ਤੋਂ ਬਿਨਾਂ ਕੋਈ ਵੀ ਸੜਕਾਂ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਪੁਲਿਸ ਪ੍ਰਸ਼ਾਸਨ ਅਤੇ ਕਰੋਨਾ ਵਲੰਟੀਅਰਸ ਦਾ ਹੀ ਵੱਡਾ ਮਜਮਾ ਇਸ ਮੌਕੇ ਦੇ ਉੱਤੇ ਸੜਕਾਂ ਦੇ ਉੱਤੇ ਵੇਖਣ ਨੂੰ ਮਿਲਦਾ ਹੈ। ਪੂਰਾ ਦਿੱਲੀ ਬੰਦ ਹੈ। ਕਨੌਟ ਪਲੇਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਦਿੱਲੀ ਦਾ ਭੀੜ ਭਾੜ ਵਾਲਾ ਇਲਾਕਾ ਹੈ ਕਨੌਟ ਪਲੇਸ, ਜਿੱਥੋਂ ਦਿੱਲੀ ਦੀ ਵੱਡੀ ਆਬਾਦੀ ਗੁਜ਼ਰਦੀ ਹੈ, ਪਰ ਹੁਣ ਇਹ ਇਲਾਕੇ ਬਿਲਕੁਲ ਸੁਨਸਾਨ ਪਏ ਨੇ। ਦਿੱਲੀ ਦੇ ਵਿੱਚ 6 ਦਿਨਾਂ ਦਾ ਕਰਫਿਊ ਹੈ, ਲੋਕਡਾਊਨ ਹੈ, ਜਿਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਸਭ ਕੁਝ ਬੰਦ ਵਿਖਾਈ ਤੁਹਾਨੂੰ ਦੇ ਰਿਹਾ ਹੋਵੇਗਾ। ਇਹ ਤਸਵੀਰਾਂ ਦਿੱਲੀ ਦੀਆਂ ਨੇ। ਇਸ ਤੋਂ ਬਾਅਦ ਦੱਸਦੀ ਹੈ ਕਿ ਦਿੱਲੀ ਦੇ ਵਿੱਚੋਂ ਵੀ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਉਹ ਆਪਣੇ ਸੂਬਿਆਂ ਦੇ ਵੱਲ ਪਲਾਨ ਕਰਨਾ ਸ਼ੁਰੂ ਕਰ ਚੁੱਕੇ ਸੀ, ਪਰ ਉਹਨਾਂ ਸਾਰੇ ਮਜ਼ਦੂਰਾਂ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣੀ ਸੇਵਾ ਦਾ ਹੱਥ ਅੱਗੇ ਵਧਾਇਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਮੌਕੇ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਲੰਗਰ ਅਤੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਵਿੱਚ ਹੁਣ ਹਰ ਰੋਜ਼ ਬੰਗਲਾ ਸਾਹਿਬ ਦੇ ਵਿੱਚ 5 ਲੱਖ ਪ੍ਰਵਾਸੀ ਮਜ਼ਦੂਰਾਂ ਦੇ ਲਈ ਲੰਗਰ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕਹਿਣਾ ਸੀ ਕਿ ਕਰੋਨਾ ਮਰੀਜ਼ਾਂ ਦੇ ਲਈ ਹੋਮ ਡਿਲੀਵਰੀ ਦਾ ਪ੍ਰਬੰਧ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਹੈ ਕਿ ਕੋਵਿਡ ਦੇ ਦੌਰਾਨ ਜਿਹੜੇ ਸਾਡੇ ਮਰੀਜ਼ ਭਰਾ ਨੇ ਉਹਨਾਂ ਤੱਕ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਏ, ਜਿਹਦੇ ਤੱਕ 4 ਨੰਬਰ ਫਲੈਸ਼ ਕੀਤੇ ਗਏ ਨੇ। ਉਹਨਾਂ ਤੋਂ ਜਿਹੜੇ ਫੋਨ ਕਾਲਸ ਆ ਰਹੀਆਂ ਨੇ ਉਹਨਾਂ ਤੇ ਅਸੀਂ ਲੰਗਰ ਪੈਕ ਕਰਕੇ ਉਹਨਾਂ ਪਰਿਵਾਰਾਂ ਤੱਕ पहुंचा रहे हैं। मैं इकबाल सिंह डिप्टी जनरल मैनेजर दिल्ली सिविल सर्विस कमेटी आपको जो बताना चाहता हूँ कि आज जो कोविड की दूसरी लहर जो चली है, जो कि बहुत ही भयानक है, उसको देखते हुए दिल्ली कमेटी ने जैसे पहले जब कोविड आया था उस टाइम लंगर घर घर पहुँचाया था, उसी के तहत ही अब जो स्ट्रेन आई है उसको जो लोग घर में बैठे, जिनका घर वाले अभी हॉस्पिटल में हैं या घर में क्वारंटीन किए हुए हैं, उनका लंगर बनाने वाला कोई नहीं है, उनको लंगर पहुँचाने के लिए हमने आज जो पूरे अच्छे तरीके से पैकिंग करके जो आप देख रहे हो उसको घर घर पहुँचाने का उपराला किया जा रहा है। हमारी कोशिश है कि कोई भी प्राणी, क्योंकि गुरु हरकृष्ण का दरबार ऐसा जहाँ से लंगर हर तक पहुँचाया जाए, उसको पहुँचाने की कोशिश कर रहे हैं और गवर्नमेंट अपनी तरफ से काम कर रही है और वहाँ ही दिल्ली कमेटी ने अपना फ़र्ज समझा है, क्योंकि दिल्ली में ये सिखों की सबसे बड़ी संस्था है। श्रोमणी गुरुद्वारा प्रबंधक कमेटी के बाद भी इसका दूसरा नंबर है। तो आज से ये लंगर शुरू है। जहाँ जहाँ ज़रूरत बनेगी ये वहाँ गाड़ियाँ भी जाएंगी और पर्सनल भी घरों में लंगर जाएगा, और ये तो समय बताएगा आगे कि कितनी ज़रूरत बनती है। उधर रुख पंजाब की किसानी की गल करिए तो पंजाब के किसानों दीयां लगातार अजिहियां तस्वीरां सामने आ रही सी कि मौसम खराब होने के चलदियां ਲੱਖਾਂ टन कणक है जिहड़ी ओह खराब हो रही है, जिसनूं लैके लगातार उन्हां दे वल्लों प्रदर्शन भी किए जा रहे सी। किसानां दे प्रदर्शनां दे विचकार पंजाब के मंत्री का बयान है। पंजाब के मंत्री ने भारत भूषण आशू जिन्हां ने बयान दिता है कि किसानों नूं किसी किस्म की मुश्किल नहीं आ रही, बारदाने का प्रबंध पूरे वड्डे पद्धर ते उत्ते कीता गया, जिस करके फसल चुकण दे विच किसी किस्म की दिक्कत नहीं है। प्रोक्योरमेंट हमारी बड़ी आगे से स्मूथ होती जा रही है। इनिशियली थोड़ा शुरुआती दौर में मुश्किलें थीं, कुछ बारदाना इशू था, कुछ हमारे पेमेंट के इश्यूज़ थे, पर हमारे ऑफिशियल्स बहुत तेज़ी के साथ इन मुश्किलों को ख़त्म करते जा रहे हैं और आने वाले टाइम में ये प्रोक्योरमेंट और स्मूथ तरीके से चलेगी। 54 लाख मीट्रिक टन के करीब फसल हमारी मंडियों में आई हैं और उसमें 50 लाख मीट्रिक टन सारी स्टेट एजेंसियां उसको प्रोक्योर कर चुकी हैं। उसकी लिफ्टिंग का भी आगे से तेज़ी लाई जा रही है। 20 लाख मीट्रिक टन के करीब उसमें लिफ्टिंग कर चुके हैं हम, और आने वाले दिनों में इसको भी बढ़ाया जाएगा। जहाँ तक बारदाने का इशू है, पूरे अरेंजमेंट किए हुए हैं और हमने वंस यूज़ बारदाने की परमिशन आड़तियों को भी दे दी है, ताकि अगर कहीं बारदाना नहीं होता तो वो मार्केट से परचेज़ करके उसको यूज़ कर सकें। उनकी पेमेंट उनको बाकायदा तौर पे इमीडिएटली दी जाएगी।
ऐसे ही हमारी पेमेंट के इशू पे, क्योंकि नया सिस्टम हमने इंट्रोड्यूस किया था सेंट्रल गवर्नमेंट की डिमांड के ऊपर, उनके इंस्ट्रक्शंस के ऊपर, इनिशियली उसमें भी जो मुश्किलें थी आड़तियों को, उनके अकाउंटेंट्स को जो समझाना था, हमारे ट्रेनर्स ने जाके समझाया है। अब हमारी पेमेंट भी काफ़ी स्मूथ तरीके से होनी शुरू हो गई है। कल तक 1141 करोड़ के करीब हमने कर दी थी, आज 1500 करोड़ के करीब और पेमेंट हम रिलीज़ कर देंगे और 1-2 दिन में पेमेंट हम बिल्कुल स्मूथ कर देंगे। ऐसा प्रोक्योरमेंट अभी चल रहा है। उधर बीते दिनी राहुल गांधी के कोरोना पॉजिटिव होने तो बाद हरियाणा के एक मंत्री के वालों राहुल गांधी ਨੂੰ ਲੈ ਕੇ टिप्पणी की गई सी कि हरियाणा ਦੇ ਵਿੱਚ ਆ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ, पर इस ਨੂੰ ਲੈ ਕੇ पंजाब कांग्रेस के आगू ਅਤੇ विधायक राजकुमार वेरका ने जवाब दिता है। राजकुमार वेरका के जवाब के विच बहुत वड्डियां गल्लां ने। भैया अनिल विज जी जो टिप्पणियां कर रहे हैं ना, उनको अपना इलाज कहीं अच्छे अस्पताल से कराना चाहिए। वो राहुल गांधी को कह रहे हैं कि हरियाणा में आ जाओ, बढ़िया इलाज करवा देंगे। आपके जब मुख्यमंत्री बीमार हुए थे ना, उनका इलाज हरियाणा के सरकारी अस्पताल में नहीं हुआ था और आपका भी इलाज सरकारी अस्पताल में नहीं हुआ था। आप अपना इलाज करवा नहीं सकते, दूसरों को आवाज मारते रहते हो। आप अमृतसर में आओ, दिमाग का बढ़िया हॉस्पिटल है, बढ़िया इलाज करके भेजेंगे, आगे से तंदुरुस्त रहोगे। उधर कोरोना महामारी के चलदियां बीबी जगीर कौर SGPC के प्रधान का वड्डा बयान है। SGPC प्रधान बीबी जगीर कौर का कहना सी कि कोरोना दरमियान किसी भी हाल हीले दे विच गुरु घरां नूं बंद नहीं किया जाएगा। उन्हों का कहना सी कि वड्डे पद्धर के उत्ते सेवा गुरु घरां दे विचों कीती जांदी है ते कीती भी जाएगी। ते नाल ही उन्होंने सरकार नूं भी अपील की है कि लोकां दे विच सहम का माहौल ना बनाया जाए। इस बीमारी नूं नजिठण दे लई उन्हां नूं एहतियात की वरतने ने इस दसना जरूरी है। मैं सहमत इस गल दे उत्ते कि बीमारी जिहड़ी है वो जो आउंदी है खतरनाक है, लेकिन सुचेत करना सरकार का फर्ज है, साडा भी सुचेत रहना फर्ज है। असी भी एहतियात च रहना साडा सारिਆਂ ਦਾ फर्ज बनता है, क्योंकि जे बीमारी एक परिवार दे विच किसी नूं आई है तो दूजे परिवार विच वो ना फैले, ये बिल्कुल सही है। लेकिन इन्ना जो पैनिक कर दिंदी है सरकार, तो मैनूं इदां लगदा कि पैनिक हो के ही बीमारी वध जांदी, क्योंकि जिहड़ी नैगेटिविटी है, नैगेटिविटी बंदे दी विल पावर जिहड़ी है उहनूं घटा दिंदी है। जदों विल पावर घट गई, विल पावर घटन दे नाल उस बंदे दे विच ऑटोमैटिकली इम्यूनिटी जिहड़ी है वो डाउन हो जाती। सो मैं समझदी है कि सानूं पॉजिटिव सोचना चाहिए, पॉजिटिव रहना चाहिए, इन्नी दहशत नहीं पाउणी चाहिए। लोकां नूं सुचेत जरूर करना चाहिए भी संयम च रहो, सुचेत च रहो, एहतियात रखो। देखो गुरु घर तो ना अगे बंद होए सी ते ना हुण बंद होने, जिहदी आस्था जुड़ी है उन्हें अक्सर आउणा ही है गुरु घर च। ते ना ही अजे तक कहा गया कि धार्मिक स्थान बंद किए जाण, ये कोई ना नहीं कहा सानूं। ये ठीक है कि संगत विच दहशत पै जांदी है, घट होण लग पैंदे है, संगत सोचती है कि जावांगे तो ज़्यादा रश होएगा, इस करके वो घट जाती है, ऑटोमैटिकली घट जाती है। लेकिन ये कोई सरकार वालों भी कोई ऐसी अजे तक सानूं मैनूं नहीं लगता कि सानूं कोई किसी ने ऐलान किया होवे कि गुरुद्वारे बंद करो जां इत्थे संगत ना आवे, पर फिर भी अपने आप ही ऑटोमैटिकली संगत का फर्क पै जांदा। उधर अमृतसर के एयरपोर्ट के उत्ते भी बीते दिनां प्रदर्शन वेखण नूं मिलिया। अमृतसर एयरपोर्ट के उत्ते कनेडा दे विच जाण वाली एक लड़की के वालों प्रदर्शन किया गया अपने परिवारक मैंबरां दे नाल मिल के। इस लड़की की दिक्कत की सी, भी तुहानूं दसदी कि इस प्रदर्शन के दरमियान अमृतसर के मैंबर पार्लीमेंट गुरजीत औजला भी श्री गुरु रामदास एयरपोर्ट के उत्ते पहुंचे सन। मैं तनीत कौर है, मैं कैथल जिले तो रहने वाली हूँ। तो जो साडे एजेंट ने साडी फ्लाइट कराई सी वो साडी अमृतसर तो डायरैक्ट टोरंटो दी हुई सी, लेकिन उन्होंने सानू कोई इन्फॉर्मेशन नहीं दी है कि दुबई बारे भी तुहाडा स्टे होएगा। दुबई का स्टे सानू इत्थे जो असीं अंदर एंटर किए हैं उदों सानू पता चलिया कि दुबई का साडा 4 घंटे का स्टे होना है। तो उदों बाद जो मैनू दुबई का वीज़ा भी मिल गया 2 महीने का, उदों बाद इन्होंने आ इशू खड़ा कर दिया। जो मेरे डॉक्यूमेंट चैक होने चले उन्होंने मेरा पासपोर्ट चैक कर लिया, उस बाद उन्होंने मेरे तो मेरी कोरोना रिपोर्ट मंगी, तो उन्होंने सानू मतलब कोई इन्फॉर्मेशन नहीं दी हैगी कि मतलब तुहानू ब्लैक एंड वाइट चाहिए या कलरफुल चाहिए। जब मैं उन्होंने ब्लैक एंड वाइट दिखाई तो उन्होंने मना कर दिता कि तुहाडी मतलब फ्लाइट कैंसल हो जाएगी अगर तुसीं कलरफुल नहीं लैके आओगे। तो मैं उन्होंने कहा भी मेरे मोबाइल PDF है भी, अगर तुहाडे कोल प्रिंटर है तो तुसीं इत्थों प्रिंट आउट करके कह दो। तो वो कहंदे साडे कोल एवें दी कोई फैसिलिटी है नहीं, तो तुहानू खुद ही काम करवाना पैना है। तो मेरी जिहड़ी आ वाली रिपोर्ट सी आ मेरी होई पई सी कलरफुल वाली, तो ये मैं अपनी बाई चांस कार च भुल गई सा। तो फिर मैं
ਮਤਲਬ ਮੈंने ਆਪਣੇ ਤਾਇਆ ਜੀ ਨੂੰ ਕਾਲ ਕੀਤੀ ਤੇ ਉਹ ਸਿਰਫ ਵਿਦਿਨ 5 ਮਿੰਟਸ ਆ ਰਿਪੋਰਟ ਲੈ ਕੇ ਆ ਗਏ ਸਰ। ਤੇ ਲਗਭਗ 11:30 ਦੀ ਮੇਰੀ ਫਲਾਈਟ ਸੀ ਤੇ ਉਦੋਂ 10 ਮਿੰਟ ਪਹਿਲਾਂ ਮੈਂ ਉਹਨਾਂ ਨੂੰ ਇਨਫੋਰਮ ਕਰਤਾ ਕਿ ਮੇਰੀ ਆ ਜਿਹੜੀ ਰਿਪੋਰਟ ਹੈ ਆ ਚੁੱਕੀ, ਤੇ ਉਹਨਾਂ ਨੇ ਤਦ ਕਿਹਾ ਕਿ ਤੁਹਾਡੀ ਜਿਹੜੀ ਫਲਾਈਟ ਹੈ ਉਹ ਜਾ ਚੁੱਕੀ ਹੈ। ਤੇ ਲਗਭਗ ਜਿਹੜੀ ਫਲਾਈਟ ਹੈ ਉਹ 1 ਘੰਟੇ ਬਾਅਦ ਮੇਰੀ ਟੇਕ ਆਫ ਹੋਈ ਹੈ। ਤੁਸੀਂ ਸਟੱਡੀ ਵੀਜ਼ਾ ਤੇ ਬਾਹਰ ਜਾ ਰਹੇ ਸੀ? ਹਾਂਜੀ, ਸਟੱਡੀ ਵੀਜ਼ਾ ਤੇ ਬਾਹਰ ਜਾ ਰਹੀ ਸੀ। ਮੰਨ ਲਓ ਸਟੇ ਦੇ ਬਾਅਦ ਜਦੋਂ ਸਟੇ ਉੱਥੇ ਅੰਦਰ ਜਾ ਗੁੜੀਆ ਨੇ ਕਿਹਾ ਵੀ ਉਹ ਕਹਿੰਦੇ ਤੇਰੇ ਕੋਲ ਰਸੀਦ ਨਹੀਂ। ਅਸੀਂ ਦਬਾਂ ਕਿਹਾ ਵੀ ਤੂੰ ਸਟੇ, ਅਸੀਂ ਏਜੰਟ ਨੂੰ ਫੋਨ ਕਰਦੇ ਰਹੇ, ਏਜੰਟ ਨੇ ਸਾਡਾ ਫੋਨ ਨਹੀਂ ਰਿਸੀਵ ਕੀਤਾ। ਫਿਰ ਸਰ ਦੂਜੀ ਵਾਰ ਇਹਨਾਂ ਨੇ 11:20 ਤੇ ਕਰੋਨਾ ਜਿਹੜੀ ਰਿਪੋਰਟ ਹੈ ਉਹ ਕਹਿਣ ਲੱਗੇ ਤੁਹਾਡੇ ਕੋਲ ਉਹ ਨਹੀਂ, ਮਤਲਬ ਬਲੈਕ ਰੰਗੀਨ ਚਾਹੀਦੀ ਹੈ। ਸਾਡੇ ਕੋਲ ਰੰਗੀਨ ਨਹੀਂ ਸੀ, ਅਸੀਂ ਰੰਗੀਨ ਦੇ ਦਿੱਤੀ 5 ਮਿੰਟ 'ਚ। ਇਹਨਾਂ ਕਿਹਾ ਵੀ 5 ਮਿੰਟ ਬਾਅਦ ਕਹਿੰਦਾ ਵੀ ਫਲਾਈਟ ਜਾ ਚੁੱਕੀ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦੇ ਇਜਾਜ਼ਤ। ਬਹੁਤ ਬਹੁਤ ਧੰਨਵਾਦ।